ਅਸੀਂ ਪਹਿਲਾਂ ਦੇਖਦੇ ਹੁੰਦੇ ਸੀ कि किसी लीडर ने जे रैली करनी है तो महीना महीना पहला मिन्नतां करन लग जांदा कि आओ यार इकट्ठ करिए अज फलानी मेरे उत्थे लीडर ने आउणा अज मेरे नाल चलो। पर ये जिहड़ियां महापंचायतां हो रहीआं ने उन्हां दे विच 20-20 हज़ार बंदा आप मुहारे पहुंच रहा। अजकल नौजवान पंजाब जागे है, बहुत वड्डे पद्धर ते जागे है, जिहड़े पंजाब नूं इह कह के भंडिया गया सी कि इन्हां दीआं नाड़ां 'च चिट्टे दीआं सूइयां रह गईआं। ਉਹ ਪੰਜਾਬ ਨੇ ਅੱਜ ਦਿਖਾਤਾ, ਇਹਨਾਂ ਦੇ ਬੈਰੀਕੇਡ ਪੱਟ ਕੇ ਤੋੜ ਕੇ ਇੱਥੇ ਆਏ ਨੇ ਕਿ ਅਸੀਂ ਅੱਜ ਵੀ ਆਪਦੇ ਹੱਕਾਂ ਦੇ ਲਈ ਉਦਾਂ ਹੀ ਖੜਦੇ ਆਂ। ਸਾਡੀ ਇਹ ਤਰਾਸਦੀ ਹੈ ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣਾ ਰੋਲ ਮਾਡਲ ਮੰਨਦੇ ਆਂ, ਜਿਨ੍ਹਾਂ ਨੂੰ ਅਸੀਂ ਸਟਾਰ ਮੰਨਦੇ ਆਂ, ਜਿਨ੍ਹਾਂ ਨੂੰ ਉੱਠ ਕੇ ਜਿਨ੍ਹਾਂ ਦਾ ਨਾਂ ਲੈਂਦੇ ਆਂ, ਕਹਿੰਦੇ ਆ ਵੀ ਇਹ ਬਾਲੀਵੁੱਡ 'ਚ ਚਲੇ ਗਏ, ਪੰਜਾਬੀ ਹੈ, ਉਹਨਾਂ ਦੇ ਮੂੰਹੋਂ ਇੱਕ ਫੁੱਟਿਆ ਸ਼ਬਦ ਇਸ ਅੰਦੋਲਨ ਦੇ ਲਈ ਨਹੀਂ ਨਿਕਲਿਆ। ਟੈਕਨੋਲੋਜੀ ਦੇ ਗੁਲਾਮ ਹੋ ਗਏ। ਇੱਕ ਪਰਿਵਾਰ 'ਚ 7 ਮੈਂਬਰ ਨੇ ਤੇ 7 ਦੇ ਹੱਥਾਂ 'ਚ 8 ਮੋਬਾਈਲ ਹੋਣਗੇ, 10 ਵੀ ਹੋ ਜਾਣਗੇ, ਕਈ ਤਾਂ 2-2 3-3 ਵੀ ਰੱਖੀ ਬੈਠੇ ਆ। ਜੇ ਡਰਾਇੰਗ ਰੂਮ ਦੇ ਵਿੱਚ ਬੈਠੇ ਆ ਤਾਂ ਇੱਕ ਦੂਜੇ ਨਾਲ ਗੱਲ ਨਹੀਂ ਕਰਨਗੇ, ਮੋਬਾਈਲ ਦੇ ਵਿੱਚ ਬੜੇ ਰਹਿਣਗੇ। ਬੇਸ਼ੱਕ ਗਵਰਨਮੈਂਟਾਂ ਨੇ ਬੜੇ ਫੋਨ ਕੀਤੇ, ਬੜੇ ਡਰਾਵੇ ਦਿੱਤੇ ਕਿ ਤੁਹਾਡਾ ਭਾਈ ਕੈਰੀਅਰ ਹੈ, ਤੁਹਾਨੂੰ ਕੱਲ ਨੂੰ ਫਿਲਮਾਂ 'ਚ ਨਹੀਂ ਜਾਣ ਦੇਵਾਂਗੇ, ਤੁਹਾਨੂੰ ਬੰਬੇ ਨਹੀਂ ਜਾਣ ਦੇਵਾਂਗੇ, ਜਾਂ ਤੁਹਾਡੇ ਕੰਮਕਾਰ 'ਚ ਵਿਘਨ ਪਾਵਾਂਗੇ। ਤਾਂ ਸਾਡੇ ਲਈ ਪਹਿਲਾਂ ਕਿਸਾਨੀ ਹੈ, ਪੰਜਾਬ ਹੈ, ਪੰਜਾਬ ਦੇ ਲੋਕ ਨੇ, ਸਾਡੇ ਭਰਾ ਨੇ। ਸਾਨੂੰ ਫਿਲਮਾਂ ਮਿਲਣ ਨਾ ਮਿਲਣ ਸਾਨੂੰ ਕੋਈ ਫਰਕ ਦੇ ਲੋਕ ਨੇ। 4-5 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਨੂੰ ਘੇਰੀ ਬੈਠੇ ਮੇਰੇ ਕਿਸਾਨ ਭਰਾ, ਮੇਰੀਆਂ ਭੈਣਾਂ, ਬਜ਼ੁਰਗ ਮਾਤਾਵਾਂ, ਜਾਂ ਜਿਹੜੇ ਵੀਰ ਸਾਡੇ ਵਿੱਚੋਂ ਸ਼ਹੀਦ ਹੋ ਗਏ ਇਸ ਅੰਦੋਲਨ ਦੇ ਵਿੱਚ, ਉਹਨਾਂ ਦੀ ਯਾਦ ਵਿੱਚ ਇੱਕ ਹਾਂ ਦਾ ਨਾਰਾ ਬੁਲੰਦ ਕਰੀਏ। किसान मजदूर एकता, किसान मजदूर एकता, नौजवान एकता, संयुक्त मोर्चा। ਉਹਦੇ ਨਾਲ ਅੱਜ ਸਾਡੇ ਖਾਲਸੇ ਦੀ ਸਿਰਜਣਾ ਦਿਵਸ ਹੈ। ਸਾਹਿਬ ਕਮਾਲ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਸਜਾਇਆ। ਪਹਿਲਾਂ 5 ਪਿਆਰੇ ਚੁਣੇ ਤੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਉਸ ਤੋਂ ਬਾਅਦ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ ਤੇ ਸਾਡੀ ਜਿਹੜੀ ਕੌਮ ਹੈ ਉਹ ਹੋਂਦ ਦੇ ਵਿੱਚ ਆਈ। ਤੇ ਨਾਲ ਦੀ ਨਾਲ ਸਾਨੂੰ ਇਹ ਦੱਸਿਆ ਕਿ ਜ਼ਿੰਦਗੀ 'ਚ ਮਜ਼ਲੂਮਾਂ ਦੇ ਨਾਲ ਖੜਨਾ ਹੈ, ਨਿਆਂ ਦੇ ਖਿਲਾਫ ਡਟ ਕੇ ਲੜਨਾ ਹੈ। ਸੋ ਇਹ ਜਿਹੜੀ ਲੜਾਈ ਹੈ ਇਹ ਉਸੇ ਹੀ ਨਿਆਂ ਦੇ ਖਿਲਾਫ ਪੰਜਾਬ ਨੇ ਵਿੱਢੀ ਹੋਈ ਹੈ। ਲੰਬੇ ਸਮੇਂ ਤੋਂ हर एक वर्ग 4 साल के जवाक तो लैके 90 साल के बजुर्ग तक हर एक वर्ग बड़ी शिद्दत नाल इस अंदोलन दे विच डटिया होया, अपनी जिम्मेवारी समझदा होया। किसी नूं ये नहीं हुंदा कि पंजाब दे विच असीं हुण पिछले दिनां च महापंचायतां दा दौर चल रहा, असीं पहलां देखदे हुंदे सी कि किसी लीडर ने जे रैली करनी है तो महीना महीना पहलां मिन्नतां करन लग जांदा कि आओ यार इकट्ठ करिए अज फलानी मेरे उत्थे लीडर ने आउणा अज मेरे नाल चलो। पर ये जिहड़ियां महापंचायतां हो रहीआं ने उन्हां दे विच 20-20 हज़ार बंदा आप मुहारे पहुंच रहा। इत्थों ये शिद्दत नज़र आउंदी है कि इन्हां बिलां दे खिलाफ कितना रोस है, कितना विरोध है, क्योंकि सीधे जां सीधे तौर ते खेती दे नाल 80% लोग जुड़े हुए ने। वो चाहे खेती करते ने, चाहे खेती तो आपदा कामकार जरिए चलाउंदे ने, ਤਾਂ ਉਹ ਜੁੜੇ ਸਿੱਧੇ ਤੌਰ ਤੇ ਖੇਤਾਂ ਦੇ ਨਾਲ ਹੀ ਹੋਏ ਨੇ। ਜੇ ਇਹ ਬਿੱਲ ਗਵਰਨਮੈਂਟ ਪਾਸ ਕਰ ਦਿੰਦੀ ਹੈ ਤਾਂ ਮੈਨੂੰ ਲੱਗਦਾ ਵੀ ਇਸ ਮੁਲਕ ਦੇ ਵਿੱਚ ਭੁੱਖਮਰੀ ਵਰਗੀਆਂ ਭਿਆਨਕ ਬਿਮਾਰੀਆਂ ਸੰਕੇਤ ਆਉਣ ਦਾ ਵੀ ਖਤਰਾ ਹੈ। ਤਾਂ ਕਰਕੇ ਇਹਨਾਂ ਦੇ ਵਿਰੋਧ ਦੇ ਵਿੱਚ ਹਰ ਇੱਕ ਵਰਗ ਹੈ ਜਿਹੜਾ ਬੜਾ ਸੰਜੀਦਗੀ ਨਾਲ ਡਟਿਆ ਹੋਇਆ ਹੈ। ਸੋ ਸਾਡੇ ਕਲਾਕਾਰ ਭਾਈਚਾਰੇ ਵੱਲੋਂ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰਦਾ ਕਿ ਨੌਜਵਾਨ ਨੇ ਜਿਹੜੇ ਵੱਡੀ ਗਿਣਤੀ 'ਚ ਮੈਨੂੰ ਮਿਲਦੇ ਨੇ। ਪਹਿਲਾਂ ਜਦੋਂ ਨੌਜਵਾਨ ਮਿਲਦੇ ਹੁੰਦੇ ਸੀ ਤਾਂ ਪੁੱਛਦੇ ਹੁੰਦੇ ਸੀ ਵੀ ਬਾਈ ਤੁਹਾਡਾ ਉਹ ਗਾਣਾ ਬਹੁਤ ਵਧੀਆ ਸੀ, ਤੁਹਾਡਾ ਆਹ ਗੀਤ ਵਧੀਆ ਸੀ, ਤੁਹਾਡੀ ਆਹ ਫਿਲਮ ਬਹੁਤ ਵਧੀਆ ਸੀ। ਅੱਜ ਕੱਲ ਨੌਜਵਾਨ ਪੰਜਾਬ ਜਾਗਿਆ, ਬਹੁਤ ਵੱਡੇ ਪੱਧਰ ਤੇ ਜਾਗਿਆ, ਜਿਹੜੇ ਪੰਜਾਬ ਨੂੰ ਇਹ ਕਹਿ ਕੇ ਭੰਡਿਆ ਗਿਆ ਸੀ ਕਿ ਇਹਨਾਂ ਦੀਆਂ ਨਾੜਾਂ 'ਚ ਚਿੱਟੇ ਦੀਆਂ ਸੂਈਆਂ ਰਹਿ ਗਈਆਂ, ਉਹ ਪੰਜਾਬ ਨੇ ਅੱਜ ਦਿਖਾਤਾ। ਇਹਨਾਂ ਦੇ ਬੈਰੀਕੇਡ ਪੱਟ ਕੇ ਤੋੜ ਕੇ ਇੱਥੇ ਆਏ ਨੇ ਕਿ ਅਸੀਂ ਅੱਜ ਵੀ ਆਪਦੇ ਹੱਕਾਂ ਦੇ ਲਈ ਉਦਾਂ ਹੀ ਖੜਦੇ ਆਂ। ਤਾਂ ਉਹ ਨੌਜਵਾਨ ਪੁੱਛਦੇ ਨੇ ਬਾਈ ਹੁਣ ਅੰਦੋਲਨ ਦਾ ਅੱਗੇ ਕੀ ਬਣੂਗਾ, ਕਦੋਂ ਕੋਈ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਆਊਗਾ, ਉਹਦੇ ਤੇ ਅਸੀਂ ਕਦੋਂ
किवें पहुंचांगे, थोड़े की प्लान ने। इथों ये पता लगता है कि हर एक वर्ग है जिहड़ा वो फिक्रमंद है। जदों असीं पंजाब चों चले सी तां जिहड़ियां साडीਆਂ सरकारां ने उन्होंने ये कहा सीगा भी ये मुट्ठी भर लोग ने, पाकिस्तान के एजेंट ने, चाइना की इन्हां नूं फंडिंग हुंदी है। तां पंजाब तुर पिया, नाल हरियाणा ले लिया, बैरीगेट तोड़ते हुए जदों दिल्ली पहुंचे हैं। अज कई बारी कई वीर काले पै जाते हैं भी यार एक दो घटनावां वापरियां जदों एडे एडे अंदोलन चलते हैं, सुभाविक तौर पर उन्होंने उतरा चढ़ा आने जरूरी ने, ये अंदोलन का ही हिस्सा होंदा है। पर कई बारी कई लोग घबरा जाते हैं भी भाई हुण अगे की बनूगा, पता नहीं की होऊगा। मैं ये दस देना चाहुंदा कि 4 या 5 महीनों के विच इस अंदोलन ने एडियां वड्डियां वड्डियां प्राप्तियां कर लियां पूरी देश दुनिया दे विच। जिन्हां लोकां नूं किसान शब्द का नहीं पता सी, अज उन्होंने पता है कि किसान की चीज है। आपदे हक्कां दे लई एशिया दे विच भारत है जिहड़ा वो डटिया होया है। गोरे भी फिक्रमंद ने, किन्नियां मुल्कां दीयां पार्लीमेंटां दे विच इन्हां बिलां दे उत्ते बहस हो चुकी है। ये साडी जिੱਤ है। जदों उथों ट्रालियां चों पंजाब चों चले सी तां 6-6 महीने का राशन असीं रख के चले सी। हले मैनूं लगदा 6 महीने पूरे नहीं होए ते दुनिया का कोई बंदा नहीं ऐसा जिन्हों इस अंदोलन के बारे ना पता होवे। वड्डे तो वड्डा बुद्धिजीवी, वड्डे तो वड्डा फनकार कल्ले भारत का नहीं, भारत वाले तो चलो साडी ये त्रासदी है। जिन्हां लोकां नूं असीं अपना रोल मॉडल मानते हैं, जिन्हां नूं असीं स्टार मानते हैं, जिन्हां नूं उठ के जिन्हां दा नाम लैंदे आ, कहने आ भी ये बॉलीवुड च चले गए, पंजाबी है, उन्हां दे मूहों एक फुटिया शब्द इस अंदोलन दे नहीं निकलिया। पर जिहड़े गोरे ने, जिहड़े न्याय पसंद लोग ने, इंसानियत नूं प्यार करते हैं, वो आके साडे पक्ष दे विच खड़े। ये इस अंदोलन की एक वड्डी जिੱਤ है। कई बारी नौजवान वीर ने जिहड़े वो थोड़ा जिहा तत्ता प्रोग्राम भालदे हुंदे आ भी, क्योंकि जे गल समझदारी दी करिए, ड्रमे दी करिए तो लंबा असर उस गल दा हुंदा। जे अज इत्थे तत्ते नारे लाइए ਜਾਂ एकदम कोई तत्तियां गल्लां करिए, नौजवानों को थोड़े टाइम के लिए गल्लां चंगियां लग सकदियां ने, पर जिहड़े उहदे आउण वाले सिੱਟੇ ने वो बहुत खतरनाक हुंदे ने, वो थोड़े समय दे विच सीमट जांदे ने। सो अगले जिहड़े भी प्रोग्राम ने ये यकीनन है कि ये जंग असीं जितांगे, ये बिल रद्द होणगे। साडे कोल होर कोई चारा नहीं हैगा, क्योंकि गौरमेंटां ने कदे भी किसानां नूं उस लैवल की कोई सहूलत नहीं दित्ती। ना तां किसान दे पुत वास्ते कोई नौकरी है, ना कोई होर कामकार गौरमेंटां दिंदियां ने। तां लै दे के साडे कोल कल्ली खेती ही रह जांदी है। खेती नूं भी जे देख लीए कोई ये प्रॉफिटेबल मैनूं लगदा काम अज दी रेट च नहीं रहा। पर जिमीदारां दा की है कि नाल 2-4 मੱਝਾਂ रख लियां, नाल कख बीज ले, तूड़ी बच गई, कणक उत्ते नवीआं लिमटां नवीआं पुराणियां हो गईयां, आई चलाई साडे परिवारां दी चली जांदी है। जे असीं कह दईए भी सानूं ਲੱਖਾਂ दी इहदे चों इनकम हुंदी है, ਉਹ नहीं ਹੁੰਦੀ। ਹੁਣ ਤਾਂ ਇਹ ਰੋਜ਼ੀ ਰੋਟੀ ਦਾ ਸਵਾਲ ਹੈ। ਜੇ ਕੋਈ ਨਹੀਂ ਵੀ ਕੋਈ ਸਰਕਾਰੀ ਨੌਕਰੀ ਲੱਗਿਆ, ਜਿਹਦੇ ਕੋਲ 2-4 ਕਿੱਲੇ ਜ਼ਮੀਨ ਦੇ ਨੇ, ਨਾਲ 2-4 ਮੈਸਾਂ ਰੱਖ ਲੈਂਦਾ, ਸ਼ਹਿਰ ਨੇੜੇ ਪੈ ਜਾਂਦਾ, ਦੁੱਧ ਪਾ ਲੈਂਦਾ, ਰੁਜ਼ਗਾਰ ਤੋਰੀ ਜਾਂਦਾ। ਜੇ ਗਵਰਨਮੈਂਟ ਇਹ ਬਿੱਲ ਲਾਗੂ ਕਰਕੇ ਉਹ ਜ਼ਮੀਨਾਂ ਵੀ ਸਾਡੇ ਤੋਂ ਖੋਹ ਕੇ ਲੈ ਗਈ ਤਾਂ ਫਿਰ ਸਾਡਾ ਮਸਲਾ ਹੈ ਜਿਹੜਾ ਰੋਜ਼ੀ ਰੋਟੀ ਦਾ ਬਣ ਜਾਣਾ। ਫਿਰ ਸਾਡੇ ਕੋਲ ਪਿੱਛੇ ਕੁਝ ਵੀ ਨਹੀਂ ਰਹਿਣਾ। ਤੇ ਦੂਜੀ ਵੱਡੀ ਗੱਲ ਇਹ ਹੈ कि इन्हां खेतां दे नाल साडा एक बहुत वड्डा इतिहास जुड़िया होया है। साडे गीत ने वो खेतां ते निर्भर करदे ने, फसलां ते निर्भर करदे ने। गायकी भी साडी फसलां दे विचों ही चलदी है। जे असीं आर्टिस्ट बने आ तां इन्हां ते जिहड़े साडे मापियां ने पैसे कमाए सी, वो खेतीबाड़ी चों कमाए सी, तां वो साडे ते लाए ने, तां असीं मूहरे आए आ। इन्हां खेतां दे नाल साडा वो इतिहास जुड़िया जिथे असीं अपना बचपन हंडाया, जिन्हां मोटरां ते खेड के असीं वड्डे होए आ। ये गर्मियां दे दिन ने, नौजवान वीरां ने वो समां हंडाया कि पिंड च लाइट चले जानी तां असीं मोटर ते मंजा ढाह लेना। तां उत्थे गल्लां बातां हुंदियां सी। पिछले दिनां दरमियान लंबे समय तो बजुर्गां दे नाल वार्तालाप करन दा मौका मिलिया। बड़े लोग कहंदे ने जमाना बदल गया, हुण लोक ਉਹ नहीं रहे। जमाना नहीं बदलिया, लोग भी ਉਹੀ ने। चलो समय दे नाल चलना एक बहुत चंगी गल है, पर मैनूं लगदा किते ना किते असीं आप टैक्नोलॉजी दे गुलाम हो गए। एक परिवार च 7 मैंबर ने ते 7 दे हत्थां च 8 मोबाइल होणगे, 10 भी हो जाणगे, कई तां 2-2 3-3 भी रखी बैठे है। जे ड्राइंग रूम दे विच बैठे है तां एक दूजे नाल गल नहीं करनगे, मोबाइल दे विच बड़े रहणगे। किते ना किते साडे दे विच अपणीਆਂ साडीਆਂ कमियां ने। असीं अपने बजुर्गां दीयां गल्लां सुणनियां घट करतीਆਂ। पिछले दिनां दरमियान जदों किसानी संघर्ष दे विच गए आ, बहुत बजुर्गां नूं
मिलन का मौका मिलिया, उन्हां दीयां गल्लां सुनन का मौका मिलिया, तो मैनू लगता कि इन्हां बुजुर्गां कोले एक इतिहास है साडा सांभिया होया, जिहड़ा असीं इन्हां तों ग्रहण करना ते अगे नवीं पीढ़ी नूं अपने जवाकां नूं दसना। जे असीं नहीं सुनांगे तो असीं अगे आपदे जवाकां नूं कुछ नहीं दस सकदे। तो थोड़ा बहुता जिहड़ा समां इन्हां मोबाइलां तों टैक्नीकल चीज़ां तों जरूरी ने, पर इन्नियां भी जरूरी नहीं भी साडा इन्हां बिना सर नहीं सकदा। बजुर्गों को जरूर टाइम दिया करो, उन्होंने गल्लां सुनिया करो, उन्होंने गल्लां च जिंदगी के वो तत्थ ने जिहड़े साडे बहुत कम आउंदे ने। तां आपां मुड़ के इस अंदोलन ते आईए। हर एक वर्ग जिद्दां मैं पहला कहा डटिया होया है। अगले जिहड़े भी जथेबंदियां दे प्रोग्राम आउंदे ने, चाहे वो KMP बड़े वीर कह दिंदे ने भी हुण दुबारे वो गल नहीं बननी, क्योंकि 26 तरीक नूं एक ऐसा बखरेवा पै गया, उस तों बाद कई लोगों के दिल मुड़ गए। पर मैं इत्थे उन्हां गल्लां नूं उन्हां लोकां नूं इह कहना चाहूँगा कि जिद्दां मैं पहला कहा अंदोलन दे विच उतरा चढ़ा जरूर आउंदे ने, पर अज तुसीं इस मंच तो मैं गल कह के चलिया कि जथेबंदियां जिहड़ा भी प्रोग्राम देणगीआं, तुसीं एक गल नोट कर लिओ, 26 तो भी दोगुना इकट्ठ उन्हां प्रोग्रामां ते होऊगा। चाहे असीं वो संसद वल कूच करना है, चाहे वो KMP रोके असीं उत्थे भी इकट्ठ बहुत सी, चाहे होर प्रोग्राम ने। बस एक मैं बेनती करना चाहुंदा है, साडे बहुत प्यारे नौजवान आगू साडे वड्डे वीर हरमीत कादियां जी, जथेबंदियां नूं इस मंच तो मैं कहना चाहुंदा भी जिहड़ा भी प्रोग्राम आप जी ने देना है वो इन्ना क प्लैंड होवे कि ਉਹਦੇ ਪਹਿਲਾਂ ਜਿੱਦਾਂ ਆਪਾਂ ਸੰਸਦ 'ਚ ਜਾਣਾ ਹੈ, ਹਲੇ ਆਪਣੇ ਕੋਲ ਮਹੀਨਾ ਡੇਢ ਮਹੀਨਾ ਪਿਆ, ਤਾਂ ਸਾਡੇ ਕੋਲੇ ਸਾਰੇ ਰੂਟ ਕਲੀਅਰ ਹੋਣ, ਉਸ ਮੈਪ ਕਲੀਅਰ ਹੋਵੇ ਵੀ ਅਸੀਂ ਕਿੱਥੇ ਜਾਣਾ ਹੈ, ਕਿਵੇਂ ਜਾਣਾ ਹੈ, ਕਿਵੇਂ ਨਹੀਂ ਜਾਣਾ। ਕਿਉਂਕਿ ਜੇ ਸਾਡੇ ਕੋਲ ਕੋਈ ਪਲਾਨ ਨਹੀਂ ਹੋਊਗਾ, ਕੋਈ ਰੂਟ ਨਹੀਂ ਹੋਊਗਾ, ਤਾਂ ਫਿਰ ਉਹ 26 ਵਾਲਾ ਕੰਮ ਹੀ ਹੋਊਗਾ। ਗਵਰਨਮੈਂਟ ਤਾਂ ਚਾਹੁੰਦੀ ਹੈ, ਉਹ ਤੋਂ ਬਾਅਦ ਕੀ ਹੋਊਗਾ, ਦੂਸ਼ਣਬਾਜ਼ੀ ਸ਼ੁਰੂ ਹੋ ਜੂਗੀ, ਫਲਾਣੇ ਨੇ ਆਹ ਕਰਤਾ, ਟਮਕਾਣੇ ਨੇ ਆਹ ਕਰਤਾ। ਵੀਰੋ ਆਪਾਂ ਇਹ ਗੱਲਾਂ ਨੂੰ ਥੱਲੇ ਦੱਬ ਕੇ ਆਪਣਾ ਇੱਕੋ ਹੀ ਇੱਕ ਫੋਕਸ ਰੱਖੀਏ ਕਿ ਕਿਸਾਨੀ ਆਪਣੀ ਖੁਸ਼ਹਾਲ ਰੱਖਣੀ ਹੈ, ਨਾ ਬਿੱਲਾਂ ਨੂੰ ਰੱਦ ਕਰਾਉਣਾ। ਮਾੜੇ ਮੋਟੇ ਬਖਰੇਵੇਂ ਨੇ ਜਿਹੜੇ ਉਹ ਸਭ ਦੇ ਵਿੱਚ ਹੋ ਜਾਂਦੇ ਨੇ, ਕਿਉਂਕਿ ਸਭ ਦੀ ਜਿਹੜੀ ਵਿਚਾਰਧਾਰਾ ਹੈ ਕਦੇ ਵੀ ਨਹੀਂ ਮਿਲਦੀ, ਪਰ ਆਪਾਂ ਉਹਨਾਂ ਬਖਰੇਵਿਆਂ ਨੂੰ ਪਿੱਛੇ ਰੱਖ ਕੇ हेलो हाँ जी पहला ਆਪਾਂ ਇਹ ਅੰਦੋਲਨ ਜਿੱਤਣਾ ਹੈ, ਉਸ ਤੋਂ ਬਾਅਦ ਜਿਹੜੇ ਮਾਰ ਮਟੋਬ ਮਾੜੇ ਮੋਟੇ ਹੈਗੇ ਨੇ ਉਹ ਸਾਰੇ ਕਲੀਅਰ ਹੋ ਜਾਣਗੇ। ਸੋ ਜਦੋਂ ਤੱਕ ਇਹ ਅੰਦੋਲਨ ਚੱਲੂਗਾ, ਹਰ ਵਾਰ ਪੰਜਾਬ 'ਚ ਵੀ ਜਿਹੜੀ ਵੀ ਸਟੇਜ ਤੇ ਗਏ ਆ, ਚਾਹੇ ਸਾਡੇ ਤੇ ਬੜਾ ਪ੍ਰੈਸ਼ਰ ਵੀ ਆਇਆ ਪਿਛਲੇ ਦਿਨਾਂ 'ਚ। ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗਾ ਕਿ ਸਾਡੇ ਏਕੇ ਨੇ ਹੀ ਸਾਨੂੰ ਜਿਤਾਉਣਾ ਹੈ। ਪਿਛਲੇ ਦਿਨਾਂ 'ਚ ਤੁਸੀਂ ਖਬਰ ਸੁਣੀ ਹੋਊਗੀ ਕਿ ਲੱਖੇ ਸਿਧਾਣੇ ਵੀਰ ਦਾ ਭਰਾ ਜਿਹੜਾ ਉਹ ਚੱਕ ਕੇ ਲੈ ਗਏ ਪੁਲਿਸ ਵਾਲੇ ਤੇ ਉਹਦੇ ਤੇ ਤਸ਼ੱਦਦ ਕੀਤਾ, ਉਹਨੂੰ ਛੱਡਿਆ ਏ। ਨੌਜਵਾਨ ਵੀਰਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੂੰਗਾ ਕਿ ਆਪਣੇ ਨੇੜੇ ਤੇੜੇ ਕੋਈ ਵੀ ਐਦਾਂ ਦਾ ਤੁਹਾਨੂੰ ਲੱਗਦਾ ਕਿ ਸ਼ੱਕੀ ਕੋਈ ਹੋ ਰਿਹਾ ਜਾਂ ਕੋਈ ਬਾਹਰਲੇ ਨੰਬਰ ਦੀ ਗੱਡੀ ਪੰਜਾਬ 'ਚ ਆਉਂਦੀ ਹੈ ਜਾਂ ਕਿਸੇ ਨੌਜਵਾਨ ਨੂੰ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਹੈ, ਤਾਂ ਏਕਾ ਰੱਖੋ, ਉੱਥੇ ਇਕੱਠੇ ਹੋ, ਕਿਉਂਕਿ ਜੇ ਅਸੀਂ ਇੱਕ ਹੋਵਾਂਗੇ ਤਾਂ ਹੀ ਅੰਦੋਲਨ ਜਿੱਤ ਸਕਾਂਗੇ। ਏਕੇ ਦੇ ਵਿੱਚ ਹੀ ਤਾਕਤ ਹੈ। ਜੇ ਇਕੱਲੇ ਇਕੱਲੇ ਹੋਵਾਂਗੇ, ਜੇ ਸੋਚਾਂਗੇ ਯਾਰ ਮੈਂ ਕੀ ਲੈਣਾ, ਤਾਂ ਇੱਥੇ ਕੱਲ ਨੂੰ ਸਾਡਾ ਵੀ ਨੰਬਰ ਲੱਗ ਸਕਦਾ, ਫਿਰ ਖੜਨਾ ਸਾਡੇ ਨਾਲ ਵੀ ਕਿਸੇ ਨੇ ਨਹੀਂ। ਸੋ ਜਿਹੜਾ ਇਹ ਗਵਰਨਮੈਂਟ ਤਸ਼ੱਦਦ ਕਰ ਰਹੀ ਹੈ, ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਸੂਬਿਆਂ ਦੇ ਅਧਿਕਾਰ ਨੇ, ਦੂਜੇ ਸੂਬੇ ਦੀ ਪੁਲਿਸ ਪੰਜਾਬ 'ਚ ਜਾ ਕੇ ਕਿਸੇ ਵੀ ਵਿਅਕਤੀ ਨੂੰ ਜਾਂ ਕਿਸੇ ਵੀ ਨੌਜਵਾਨ ਨੂੰ ਏਦਾਂ ਨਹੀਂ ਚੱਕ ਸਕਦੀ। ਉਹਨੂੰ ਪਹਿਲਾਂ ਲੋਕਲ ਥਾਣੇ ਦੇ ਵਿੱਚ ਰਿਪੋਰਟ ਦੇਣੀ ਪੈਂਦੀ ਹੈ, ਉੱਥੋਂ ਪੁਲਿਸ ਵਾਲੇ ਨਾਲ ਲਿਜਾਣੇ ਪੈਂਦੇ ਨੇ। ਪੰਜਾਬ ਸਰਕਾਰ ਨੂੰ ਵੀ ਸੰਬੰਧ ਵਿੱਚ ਵੀ ਮੈਂ ਜਥੇਬੰਦੀਆਂ ਨੂੰ ਕਹੂੰਗਾ ਕਿ ਕੋਈ ਵੱਡਾ ਐਕਸ਼ਨ ਲਿਆ ਜਾਵੇ, ਗਵਰਨਮੈਂਟ ਨਾਲ ਗੱਲਬਾਤ ਦਾ ਰਾਹ, ਕਿਉਂਕਿ ਪਿਛਲੇ 2.5-3 ਮਹੀਨੇ ਤੋਂ ਜਿਹੜੀ ਗੱਲਬਾਤ ਹੈ ਸਰਕਾਰ ਨਾਲ ਉਹ ਟੋਟਲ ਹੀ ਬੰਦ ਹੋ ਚੁੱਕੀ ਹੈ। ਕੋਈ ਨਾ ਕੋਈ ਐਸਾ ਪ੍ਰੋਗਰਾਮ ਲਿਖਿਆ ਜਾਵੇ, ਕੋਈ ਬੁੱਧੀਜੀਵੀ ਜਾਂ ਜਥੇਬੰਦੀਆਂ ਦੇ ਮੈਂਬਰ ਸਾਹਿਬਾਨ ਉੱਥੇ ਭੇਜੇ ਜਾਣ ਜਿਹੜਾ ਦੁਬਾਰੇ ਗੱਲਬਾਤ ਦਾ ਰਾਹ ਖੁੱਲ ਸਕੇ, ਜਾਂ ਕੋਈ ਪ੍ਰੋਗਰਾਮ ਐਸਾ ਦਿੱਤਾ ਜਾਵੇ ਕਿ ਗਵਰਨਮੈਂਟ ਮਜਬੂਰ ਹੋ ਜਾਵੇ ਦੁਬਾਰੇ ਗੱਲਬਾਤ ਕਰਨ ਨੂੰ, ਸਾਨੂੰ ਬੁਲਾਵੇ। ਕਿਉਂਕਿ ਇਦਾਂ ਬੈਠੇ ਅਸੀਂ ਸਾਲ ਵੀ ਰਵਾਂਗੇ, ਪਰ ਫਿਰ ਵੀ ਅਸੀਂ ਇਹ ਅੰਦੋਲਨ ਜਿੰਨੀ ਛੇਤੀ ਹੋ ਸਕਦਾ ਉਨੀ ਛੇਤੀ ਜਿੱਤਣਾ ਹੈ। ਬਹੁਤ ਲੋਕਾਂ ਦਾ ਮਨੋਬਲ ਵੀ ਟੁੱਟ ਜਾਂਦਾ, ਪਰ ਮਨੋਬਲ ਨਹੀਂ ਤੋੜਨਾ। ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਜਦੋਂ ਤੱਕ ਵੀ ਜਿੱਥੇ ਤੱਕ ਵੀ ਇਹ ਅੰਦੋਲਨ ਚੱਲੂਗਾ, ਉੱਥੇ ਤੱਕ ਮੋਢੇ ਨਾਲ ਮੋਢਾ ਲਾ ਕੇ ਪਹਿਲੇ ਦਿਨ ਤੋਂ ਖੜੇ ਆ। ਬੇਸ਼ੱਕ ਗਵਰਨਮੈਂਟਾਂ ਨੇ ਬੜੇ ਫੋਨ ਕੀਤੇ, ਬੜੇ ਡਰਾਵੇ ਦਿੱਤੇ ਕਿ ਤੁਹਾਡਾ ਭਾਈ ਕੈਰੀਅਰ ਹੈ, ਤੁਹਾਨੂੰ ਕੱਲ ਨੂੰ ਫਿਲਮਾਂ 'ਚ ਨਹੀਂ ਜਾਣ ਦੇਵਾਂਗੇ, ਤੁਹਾਨੂੰ ਬੰਬੇ ਨਹੀਂ ਜਾਣ ਦੇਵਾਂਗੇ, ਜਾਂ ਤੁਹਾਡੇ ਕੰਮਕਾਰ 'ਚ ਵਿਘਨ ਪਾਵਾਂਗੇ। ਤਾਂ ਸਾਡੇ ਲਈ ਪਹਿਲਾਂ ਕਿਸਾਨੀ ਹੈ, ਪੰਜਾਬ ਦੇ ਲੋਕ ਨੇ, ਸਾਡੇ ਭਰਾ ਨੇ। ਸਾਨੂੰ ਫਿਲਮਾਂ ਮਿਲਣ ਨਾ ਮਿਲਣ ਸਾਨੂੰ ਕੋਈ ਫਰਕ ਦੇ ਲੋਕ ਨੇ, ਸਾਡੇ ਭਰਾ ਨੇ। ਸਾਨੂੰ ਫਿਲਮਾਂ ਲੋਕ ਨੇ,
साडे भरा ने सानू फिल्मां मिलन ना मिलन सानू कोई फर्क नहीं पैंदा, सानू बॉम्बे वाले बुलाउण ना बुलाउण सानू कोई फर्क नहीं पैंदा। असीं इस अंदोलन दे मोढे नाल मोढा ला के खड़े आ। जे कलाकार ना भी हुंदे तां किसान तां हैगे ही आ, खड़े आ, जदों तक जितदे नहीं खड़े रहांगे। सो अखीर दे विच जांदा जांदा दो बोल मैं अपने गीत दे जिहड़ा साडा गीत किसान एंथम आया सी, समुची इंडस्ट्री ने सारे कलाकार भरावां ने ਉਹ रल के गीत गाया सी, ਉਹਨੂੰ ਤੁਸੀਂ बड़ा मान बख्शिया, बड़ा सत्कार बख्शिया। ਉਹਦੇ ਦੋ ਬੋਲ मैं ਜਾਂਦਾ ਜਾਂਦਾ ਜ਼ਰੂਰ ਤੁਹਾਡੇ ਨਾਲ ਸਾਂਝੇ ਕਰੂੰਗਾ। ਤੇ ਸਾਡਾ ਉਹ ਗੀਤ ਸੀਗਾ ਕਿ ਲੰਗਰਾਂ ਦੇ ਵਿੱਚ ਸਾਡੇ ਪੀਜੇ ਸੁਣੇ ਹੋਣਗੇ, ਲੱਗਦੇ ਕੈਨੇਡਾ ਦੇ ਆ ਪੀਜੇ ਸੁਣੇ ਹੋਣਗੇ। ਜਦੋਂ ਇੱਥੇ ਅਸੀਂ ਪੀਜ਼ਿਆਂ ਦਾ ਲੰਗਰ ਲਾਇਆ ਉਸ ਗੱਲ ਤੇ ਵੀ ਕਿੰਤੂ ਕਰਤਾ ਕਿ ਇਹਨਾਂ ਕੋਲ ਇੰਨੇ ਪੈਸੇ ਕਿੱਥੋਂ ਆਉਂਦੇ ਨੇ, ਇਹ ਪੀਜ਼ਿਆਂ ਦਾ ਲੰਗਰ ਲਾਉਂਦੇ ਨੇ। ਤਾਂ ਮੈਂ ਦੱਸ ਦੇਣਾ ਚਾਹੁੰਦਾ ਜਿਹੜੇ ਸਾਡੇ ਬਾਹਰ ਪਰਦੇਸੀ ਭਰਾ ਬੈਠੇ ਨੇ ਉਹ ਪੰਜਾਬ ਲਈ ਦਿਨ ਪਰ ਰਾਤ ਇੰਨੇ ਫਿਕਰਮੰਦ ਰਹਿੰਦੇ ਨੇ। ਪੈਸਿਆਂ ਦੇ ਨਾਲ ਤਾਂ ਉਹ ਸਾਡੀ ਮਾਲੀ ਮਦਦ ਤਾਂ ਕਰਦੇ ਹੀ ਕਰਦੇ ਨੇ, ਭਾਵਨਕ ਤੌਰ ਤੇ ਵੀ ਵਿਚਾਰਧਾਰਾ ਦੇ ਤੌਰ ਤੇ ਵੀ ਉਹਨਾਂ ਦਾ ਜਿਹੜਾ ਦਿਮਾਗ ਹੈ, ਉਹਨਾਂ ਦਾ ਜਿਹੜਾ ਦਿਲ ਹੈ ਇਸ ਅੰਦੋਲਨ ਦੇ ਵਿੱਚ 24 ਘੰਟੇ ਧੜਕਦਾ ਹੈ। ਦੋ ਟਾਈਮ ਤੁਹਾਡੇ ਵੀ ਬਹੁਤਿਆਂ ਦੇ ਪੁੱਤ ਉਹਨਾਂ ਮੁਲਕਾਂ 'ਚ ਰਹਿੰਦੇ ਨੇ, ਭਰਾ ਉਹਨਾਂ ਮੁਲਕਾਂ 'ਚ ਰਹਿੰਦੇ ਨੇ। ਕੋਈ ਕਿਸੇ ਦਾ ਵਿਆਹ ਹੋਵੇ ਉਦੋਂ ਕੋਈ ਫੋਨ ਨਹੀਂ ਕਰਦਾ ਕਿਉਂਕਿ ਪਰਦੇਸੀਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਬੜੀ ਬਿਜ਼ੀ ਹੁੰਦੀ ਹੈ। ਪਰ ਇਸ ਅੰਦੋਲਨ ਦਾ ਹਾਲ ਚਾਲ ਉਹ ਸਵੇਰ ਸ਼ਾਮ ਫੋਨ ਕਰਕੇ ਪੁੱਛਦੇ ਆ। ਅੱਜ ਦੀ ਡੇਟ 'ਚ ਕੋਈ ਫੋਨ ਕਰਕੇ ਇਹ ਨਹੀਂ ਪੁੱਛਦਾ ਵੀ ਡੈਡੀ ਦਾ ਕੀ ਹਾਲ ਚਾਲ ਹੈ, ਮੰਮੀ ਦਾ ਕੀ ਹਾਲ ਚਾਲ ਹੈ। ਪਹਿਲਾਂ ਸਾਡੇ ਭਰਾ ਬਾਹਰੋਂ ਫੋਨ ਕਰਦੇ ਨੇ, ਭੈਣਾਂ ਫੋਨ ਕਰਦੀਆਂ ਨੇ, ਉਹ ਇਹ ਪੁੱਛਦੀਆਂ ਨੇ ਵੀ ਭਾਈ ਅੰਦੋਲਨ ਦੇ ਵਿੱਚ ਕੀ ਬਣ ਰਿਹਾ ਹੈ। ਸਾਡੇ ਵੱਡੇ ਨੇ ਬਹੁਤ ਉੱਥੇ, ਉਹਨਾਂ ਦੇ ਫੋਨ ਆਉਂਦੇ ਨੇ, ਉਹ ਪੁੱਛ ਰਹੇ ਨੇ ਕਿ ਕਿਸੇ ਹੱਦ ਤੱਕ ਗੱਲ ਲੱਗੂਗੀ, ਅਸੀਂ ਕਿੱਥੇ ਤੱਕ ਪਹੁੰਚੇ ਆ। ਸੋ ਅਸੀਂ ਬਾਹਰਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਪੰਜਾਬ ਜੇ ਸਰਵਾਈਵ ਕਰ ਰਿਹਾ ਤਾਂ ਉਹਨਾਂ ਪਰਦੇਸੀ ਵੀਰਾਂ ਕਰਕੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਉਸ ਗੀਤ ਦੇ ਬੋਲ ਮੈਂ ਤੁਹਾਡੇ ਰੂਬਰੂ ਕਰਦਾ ਕਿ ਲੰਗਰਾਂ ਦੇ ਵਿੱਚ ਸਾਡੇ ਪੀਜੇ ਸੁਣੇ ਹੋਣਗੇ, ਲੱਗਦੇ ਕੈਨੇਡਾ ਦੇ ਐ ਪੀਜੇ ਸੁਣੇ ਹੋਣਗੇ। ਬੈਰੀਗੇਟਾਂ ਪਿੱਛੇ ਘੇਰ ਦੂਜਾ ਹੋਣਾ ਸੁਣਿਆ ਤੇ ਔਨ ਰੋਡ ਪਾਉਂਦੇ ਚੌਥੇ ਤੀਜੇ ਸੁਣੇ ਹੋਣਗੇ। ਤਵੀ ਤੇ ਛਵੀ ਸਾਡੀ ਸਾਥ ਸੁਣੀ ਹੋਊਗੀ, ਦੱਬ ਲੈਂਦੇ ਦਿੱਲੀ ਰਾਤੋਂ ਰਾਤ ਸੁਣੀ ਹੋਊਗੀ। ਲੀਡਰਾਂ ਦੇ ਮੂੰਹੋਂ ਅੱਤਵਾਦੀ ਸੁਣੇ ਹੋਣਗੇ ਤੇ BBC ਤੇ ਮੰਗਦੇ ਆਜ਼ਾਦੀ ਸੁਣੇ ਹੋਣਗੇ। ਬਾਰੀ ਲੁੱਟ ਧਰਨੇ ਤੇ ਆਉਂਦੇ ਵੀਕਲੀ, ਮਾਮੇ ਮਾਸੀਆਂ ਦੇ ਸਾਡੇ ਮੁੰਡੇ ਦਿੱਲੀਏ। ਤੂੰ ਦੱਸੀ ਸਾਡੇ ਬਾਰੇ ਕੀ ਸੁਣਿਆ, ਕਿਸਾਨ ਸੁਣਿਆ ਜਾਂ ਫਿਰ ਗੁੰਡੇ ਦਿੱਲੀਏ। ਮੰਨਿਆ ਸੋਚਾਂ ਤੋਂ ਵੱਖਵਾਦੀ ਦਿੱਲੀਏ, ਕਿਸਾਨ ਸੁਣਿਆ ਜਾਂ ਅੱਤਵਾਦੀ ਦਿੱਲੀਏ। ਸੋ ਜਦੋਂ ਅਸੀਂ ਆਪਣੇ ਹੱਕਾਂ ਦੀ ਗੱਲ ਕੀਤੀ ਹੈ ਤਾਂ ਸਾਨੂੰ ਅੱਤਵਾਦੀਆਂ ਦਾ ਖਿਲਾਫਤ ਦੇ ਦਿੱਤੀ ਗਈ ਹੈ, ਅੱਤਵਾਦੀਆਂ ਦੇ ਟੈਗ ਦੇ ਦਿੱਤੇ ਗਏ ਨੇ। ਕੋਈ ਫਰਕ ਨਹੀਂ ਪੈਂਦਾ। ਵੱਡੇ ਪੱਧਰ ਤੇ ਇੱਕ ਤੁਹਾਡੇ ਨਾਲ ਜਾਂਦਾ ਜਾਂਦਾ ਵਾਕਿਆ ਸ਼ੇਅਰ ਕਰੂੰਗਾ। ਇੱਕ ਦਿਨ ਮੈਂ ਕਿਸੇ ਸਟੇਜ ਤੇ ਸੀ, ਉੱਥੇ 4 ਸਾਲ ਦਾ ਇੱਕ ਬੱਚਾ ਮੇਰੇ ਕੋਲ ਆ ਗਿਆ ਤੇ ਮੈਂ ਉਹਨੂੰ ਇਹ ਪੁੱਛ ਲਿਆ ਕਿ ਬੇਟਾ, ਉਹਦੇ ਹੱਥ ਤੱਕਤੀ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। 4 ਸਾਲ ਜਿਹੜੀ ਉਮਰ ਹੈ, ਤੁਸੀਂ ਆਪਣੇ ਆਪ ਸੋਚ ਕੇ ਦੇਖੋ ਕਿ ਉਸ ਜਵਾਕ ਨੂੰ ਕੁਝ ਨਹੀਂ ਪਤਾ ਦੁਨੀਆ ਦੇ ਵਿੱਚ ਕੀ ਵਾਪਰ ਰਿਹਾ ਕੀ ਨਹੀਂ ਹੋ ਰਿਹਾ। ਜਾਂ ਤਾਂ ਉਹਨੂੰ ਆਪਣਾ ਮਾਂ ਕਹਿਣਾ ਆਉਂਦਾ ਹੈ ਜਾਂ ਉਹਨੂੰ ਕੋਈ ਆਪਾਂ ਟੌਫੀ ਦੇ ਦਈਏ, ਉਹਨੂੰ ਉਹਦਾ ਲਾਲਚ ਹੁੰਦਾ ਹੈ। ਮੈਂ ਉਸ ਬੱਚੇ ਨੂੰ ਪੁੱਛਿਆ ਕਿ ਜਿਹੜੀ ਇਹ ਤਖਤੀ ਤੇਰੇ ਹੱਥ ਦੇ ਵਿੱਚ ਫੜੀ ਹੈ, ਤੈਨੂੰ ਇਸ ਦਾ ਮਤਲਬ ਪਤਾ ਕੀ ਹੈ? ਉਹ ਕਹਿੰਦਾ ਹਾਂ, ਇੱਕ ਮੋਦੀ ਨਾਂ ਦਾ ਕੋਈ ਬੰਦਾ ਜਿਹੜਾ ਸਾਡੀਆਂ ਜ਼ਮੀਨਾਂ ਖੋ ਰਿਹਾ। ਸੋ ਇਹ ਮਾਨਸਿਕਤਾ ਅੱਜ ਪੰਜਾਬ ਦੇ ਛੋਟੇ ਛੋਟੇ ਜਵਾਕਾਂ ਤੋਂ ਲੈ ਕੇ ਵੱਡਿਆਂ ਬਜ਼ੁਰਗਾਂ ਤੱਕ ਵੀ ਬੜੇ ਵੀਡੀਓ ਵਾਇਰਲ ਹੁੰਦੇ ਨੇ ਸੋਸ਼ਲ ਮੀਡੀਆ ਤੇ। ਕੋਈ 90 ਸਾਲ ਦਾ ਬਜ਼ੁਰਗ ਇਹ ਕਹਿ ਰਿਹਾ ਵੀ ਹੁਣ ਅਸੀਂ ਵਾਪਸ ਤਾਂ ਨਹੀਂ ਆਉਂਦੇ, ਜੇ ਸਾਡੇ ਤੇ ਗੋਲੀਆਂ ਵੀ ਚਲਾਉਣਗੇ ਤਾਂ ਸਾਡੇ ਨੌਜਵਾਨਾਂ ਨਾਲੋਂ ਪਹਿਲਾਂ ਸਾਡੀਆਂ ਛਾਤੀਆਂ ਉਹਨਾਂ ਦੇ ਮੂਹਰੇ ਆਉਣਗੀਆਂ। ਸੋ ਇਹ ਸ਼ਿੱਦਤ, ਇਹ ਜਨੂਨ ਵਾਹਿਗੁਰੂ ਏਦਾਂ ਹੀ ਬਰਕਰਾਰ ਰੱਖੇ। ਪੰਜਾਬ ਦਾ, ਹਰਿਆਣੇ ਦਾ ਬਹੁਤ ਵੱਡਾ ਇਸ ਅੰਦੋਲਨ ਦੇ ਵਿੱਚ ਯੋਗਦਾਨ ਹੈ। ਸਾਡੇ ਵੀਰ ਨੇ, ਪਹਿਲਾਂ ਪੰਜਾਬ ਹੀ ਹੁੰਦਾ ਸੀ, ਚਲੋ ਵੱਖ ਹੋ ਗਏ, ਪਰ ਵੱਡਾ ਯੋਗਦਾਨ ਹਰਿਆਣੇ ਦਾ ਇਸ ਅੰਦੋਲਨ ਦੇ ਵਿੱਚ ਮੌਜੂਦਾ ਵੀ ਚੱਲ ਰਿਹਾ ਵੀ ਹੈ। ਪਿੱਛੇ ਯੂਪੀ ਵਾਲਿਆਂ ਦਾ ਹਰ ਇੱਕ ਵਰਗ, ਸਾਰਾ ਭਾਰਤ ਅੱਜ ਪੰਜਾਬ ਨੇ ਜਿਹੜੀ ਸ਼ੁਰੂਆਤ ਹੈ ਇਹ ਪੰਜਾਬ ਨੇ ਕੀਤੀ ਸੀ, ਇਹ ਪੰਜਾਬ ਦੇ ਹਿੱਸੇ ਆਊਗੀ। ਸਭ ਨੂੰ ਨਾਲ ਲੈ ਕੇ ਚੱਲਿਆ। ਤੁਹਾਡੇ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਵਾਹਿਗੁਰੂ ਕੋਲੇ। 2 ਟਾਈਮ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ, ਵੈਸੇ ਤਾਂ ਪੰਜਾਬ ਦੀ ਧਰਤੀ ਹੀ ਗੁਰੂਆਂ ਪੀਰਾਂ ਦੀ ਧਰਤੀ ਹੈ, ਸਾਰੇ ਹੀ ਮੰਨਦੇ ਆ। ਪਰ ਫਿਰ ਵੀ ਸਾਡੇ ਮਾਪਿਓ ਨੇ ਸਾਨੂੰ ਇਹ ਸਿਖਾਇਆ ਕਿ ਜਦੋਂ ਦੋਨੋਂ ਹੀ ਹੱਥ ਖੜੇ ਹੋ ਜਾਣ, ਪਿੱਛੇ ਕੁਝ ਵੀ ਨਾ ਬਚੇ, ਤਾਂ 2 ਹੀ ਅੱਖਾਂ ਬੰਦ ਕਰਕੇ 2 ਹੀ ਹੱਥ ਜੋੜ ਕੇ ਵਾਹਿਗੁਰੂ ਅੱਗੇ ਅਰਦਾਸ ਕਰੋ। ਸਾਡੇ ਬਜ਼ੁਰਗ ਬੈਠੇ ਨੇ, 2 ਟਾਈਮ ਦੇ ਨਿਤਨੇਮੀ ਨੇ, ਸਾਡੀਆਂ ਮਾਵਾਂ ਬੈਠੀਆਂ ਨੇ। ਮੈਂ ਜਾਂਦਾ ਜਾਂਦਾ ਜ਼ਰੂਰ ਬੇਨਤੀ ਕਰੂੰਗਾ ਕਿ 2 ਟਾਈਮ ਜ਼ਰੂਰ
ਤੁਸੀਂ ਅਰਦਾਸ ਕਰਿਆ ਕਰੋ ਕਿ ਇਹ ਅੰਦੋਲਨ ਅਸੀਂ ਜਲਦੀ ਤੋਂ ਜਲਦੀ ਜਿੱਤੀਏ ਤੇ ਜਿਹੜੇ ਵੀ ਵੀਰ ਇਹ ਅੰਦੋਲਨ ਲੜ ਰਹੇ ਨੇ, ਸਾਡੀਆਂ ਮਾਵਾਂ ਇੱਥੇ ਸੇਵਾ ਕਰ ਰਹੀਆਂ ਨੇ, ਉਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ, ਉਹਨਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਆ। ਇੰਨੀ ਮੇਰੇ ਵੱਲੋਂ ਹਾਜ਼ਰੀ ਪ੍ਰਵਾਨ ਕਰਿਓ। ਭੁੱਲ ਚੁੱਕ ਗਲਤੀ ਦੀ ਖਿਮਾ ਚਾਹੁੰਦੇ ਆ, ਤੁਹਾਡੇ ਤੋਂ ਛੋਟੇ ਆ, ਜੇ ਕੋਈ ਸ਼ਬਦ ਇੱਧਰ ਉੱਧਰ ਹੋ ਗਿਆ ਤਾਂ ਮਾਫੀ ਚਾਹੁੰਦੇ ਆ। ਇੱਕ ਵਾਰੀ ਜਾਂਦੇ ਜਾਂਦੇ ਇੱਕ ਨਾਰਾ ਲਾ ਕੇ ਤੁਹਾਡੇ ਤੋਂ ਆਗਿਆ ਚਾਹਾਂਗੇ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਸੰਯੁਕਤ ਮੋਰਚਾ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਫਿਰ ਤੋਂ ਵਿਸਾਖੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਧੰਨਵਾਦ।